ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ 2017 ਤੇ ਬਾਅਦ ਪਹਿਲੀ ਵਾਰ ਹੈਗੀ ਹੈ ਕਿ ਸਾਡੀ ਝਾਕੀ ਜਿਹੜੀ ਹੈਗੀ ਹੈ ਗਣਤੰਤਰ ਦਿਵਸ ਤੇ ਨਹੀਂ ਹੋਈ। ਤਾਂ ਇਹਨਾਂ ਨੂੰ ਪ੍ਰੋਪਰ ਟਾਈਮ ਨਹੀਂ ਮਿਲਿਆ ਜਾਂ ਇਹਨਾਂ ਨੇ ਕਿਤੇ ਅਣਗਹਿਲੀ ਕੀਤੀ, ਜਿਹਦੀ ਵਜ੍ਹਾ ਕਰਕੇ ਇਹ ਝਾਕੀ ਜਿਹੜੀ ਹੈਗੀ ਹੈ ਸ਼ਾਮਿਲ ਨਹੀਂ ਹੋ ਸਕੀ। ਕਿ 2022 ਚ ਯਾਨੀ ਕਿ ਲਾਸਟ ਈਅਰ ਮਮਤਾ ਬੈਨਰਜੀ ਨੇ ਬਹੁਤ ਵੱਡਾ ਇਲਜ਼ਾਮ ਲਾਇਆ ਸੀਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਸੁਭਾਸ਼ ਚੰਦਰ ਬੋਸ ਦੇ ਉੱਪਰ ਝਾਕੀ ਬਣਾਈ ਸੀਗੀ ਲੇਕਿਨ ਉਹ ਰਿਜੈਕਟ ਕਰ ਦਿੱਤੀ। ਵੀ ਕਿਆ ਇਹ ਕੋਇਨਸੀਡੈਂਟ ਹੈ ਕਿ ਇੱਕ ਵੀ ਕਾਂਗਰਸ ਸ਼ਾਸਿਤ ਪ੍ਰਦੇਸ਼ ਜਿਹੜਾ ਹੈਗਾ ਉਹ ਝਾਕੀ ਦੇ ਵਿੱਚ ਸ਼ਾਮਿਲ ਨਹੀਂ ਹੈ। ਉਹ ਨਾ ਇਨਾਮ ਮਿਲਿਆ ਸੀਗਾ ਸਾਨੂੰ ਜਲਿਆਂਵਾਲਾ ਬਾਗ ਤੇ 2019 ਦੇ ਵਿੱਚ ਜੀ। ਤੇ ਇਹ ਜਿਹੜੀਆਂ ਝਾਕੀਆਂ ਹੈਗੀਆਂ, ਤੁਸੀਂ ਇਹ ਨਹੀਂ ਹੈ ਵੀ ਹਰ ਵਾਰ ਇੱਕੋ ਹੀ ਝਾਕੀ ਲਿਆ ਕੇ ਖੜੀ ਕਰ ਦਿਓਗੇ। ਇਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਤਾਂ ਕਿ ਇਹ ਪਤਾ ਲੱਗੇ ਕਿ ਸਿਆਸਤ ਹੋ ਰਹੀ ਹੈ ਇਹਦੇ ਵਿੱਚ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। 26 ਜਨਵਰੀ 2023 ਯਾਨੀ ਕਿ ਕੁਝ ਦਿਨਾਂ ਬਾਅਦ, 3 ਦਿਨਾਂ ਬਾਅਦ 26 ਜਨਵਰੀ ਨੂੰ ਗਣਤੰਤਰ ਦਿਵਸ, 74ਵਾਂ ਗਣਤੰਤਰ ਦਿਵਸ ਭਾਰਤ ਮਨਾਉਣ ਜਾ ਰਿਹਾ ਹੈ। ਪਰ ਇਸ ਗਣਤੰਤਰ ਦਿਵਸ ਦੇ ਵਿੱਚ ਪੰਜਾਬ ਦੀ ਝਾਂਕੀ ਰਿਜੈਕਟ ਕਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਹੀ ਇਸ ਤੇ ਸਿਆਸਤ ਹੋਣੀ ਵੀ ਸ਼ੁਰੂ ਹੋ ਗਈ ਹੈ। ਹਾਲੇ ਤੱਕ ਇਹ ਨਹੀਂ ਸਮਝ ਆ ਰਿਹਾ ਕਿ ਸੂਬਾ ਸਰਕਾਰ ਉਹਦੇ ਕਾਰਨ ਇਹ ਰਿਜੈਕਸ਼ਨ ਹੋਈ ਹੈ ਜਾਂ ਕੇਂਦਰ ਸਰਕਾਰ, ਕਿਉਂਕਿ ਇੱਕ ਦੂਜੇ ਤੇ ਆਰੋਪ ਲਾਏ ਜਾ ਰਹੇ ਨੇ। ਇਸੇ ਤੇ ਹੀ ਅੱਜ ਆਪਾਂ ਚਰਚਾ ਕਰਾਂਗੇ ਤੇ ਸਾਡੇ ਨਾਲ ਮੌਜੂਦ ਰਹਿਣਗੇ ਪੋਲੀਟੀਕਲ ਐਕਸਪਰਟ ਪ੍ਰੋਫੈਸਰ ਮੁਹੰਮਦ ਖਾਲਿਦ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਹਾਂਜੀ, ਮਿਹਰਬਾਨੀ ਜੀ, ਥੈਂਕ ਯੂ। ਪ੍ਰੋਫੈਸਰ ਸਾਹਿਬ, ਸਿਆਸਤ ਹਾਲੇ ਤਾਂ ਰਾਮ ਰਹੀਮ ਵਾਲਾ ਰੋਲਾ ਨਿਬੜਿਆ ਹੀ ਨਹੀਂ ਸੀ। ਉੱਥੇ ਭਾਜਪਾ ਤੇ ਨਿਸ਼ਾਨੇ ਸੀ ਵੀ ਉਹਨਾਂ ਨੂੰ ਪੈਰੋਲ ਦੇ ਦਿੱਤੀ ਗਈ ਤੇ ਅੱਜ ਇੱਕ ਨਵੀਂ ਚੀਜ਼ ਹੋਰ ਹੋ ਗਈ ਹੈ ਕਿ ਪੰਜਾਬ ਦੀ ਝਾਂਕੀ, ਜਿਵੇਂ ਖਬਰਾਂ ਆ ਰਹੀਆਂ ਨੇ, ਰਿਜੈਕਟ ਕਰ ਦਿੱਤੀ ਗਈ ਹੈ। ਕਿਵੇਂ ਦੇਖਦੇ ਹੋ? ਦੇਖੋ, ਇਦਾਂ ਹੈਗਾ ਕਿ ਜਿਹੜੀ ਝਾਕੀ ਗਣਤੰਤਰ ਦਿਵਸ ਤੇ ਸਿਲੈਕਟ ਕੀਤੀਆਂ ਜਾਂਦੀਆਂ ਨੇ, ਉਹਦਾ ਇੱਕ ਪ੍ਰੋਸੀਜਰ ਹੈ। ਗੱਲ ਇਹ ਹੈਗੀ ਹੈ ਕਿ ਕਿਉਂਕਿ ਇਹ ਬੇਸਿਕਲੀ ਪਰੇਡ ਹੈ, ਪਰੇਡ ਦਾ ਪਾਰਟ ਹੁੰਦਾ ਹੈ। ਪਰੇਡ ਡਿਫੈਂਸ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਤੇ ਡਿਫੈਂਸ ਮਿਨਿਸਟਰੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਗਾਈਡਲਾਈਨਸ ਭੇਜਦੀ ਹੈ ਕਿ ਤੁਸੀਂ ਆਹ ਗਾਈਡਲਾਈਨਸ ਦੇ ਵਿਦਿਨ 3 ਪ੍ਰਪੋਜ਼ਲਸ ਭੇਜ ਸਕਦੇ ਹੋ। ਫॉर ਐਗਜ਼ਾਮਪਲ, ਇਸ ਵਾਰ ਜਿਹੜੀਆਂ ਗਾਈਡਲਾਈਨ ਸੀਗੀਆਂ ਉਹਦੇ ਵਿੱਚ ਸੀਗਾ ਆਈਡੀਆ ਐਟ 75, ਅਚੀਵਮੈਂਟਸ ਐਂਡ ਐਕਸ਼ਨ, ਨਾਰੀ ਸ਼ਕਤੀ, ਇੰਟਰਨੈਸ਼ਨਲ ਈਅਰ ਫॉर ਮਿਲਤ ਐਂਡ ਇੰਡੀਆ ਐਟ 75। ਇਹ ਕੁਝ ਆਈਡੀਆ ਸੀਗੇ, ਇਹਨਾਂ ਦੇ ਵਿਦਿਨ ਤੁਸੀਂ ਝਾਕੀਆਂ ਬਣਾ ਕੇ ਭੇਜਣੇ ਸੀ। ਲੇਕਿਨ ਉਹ ਝਾਕੀ ਜਿਹੜੀ ਹੈਗੀ ਹੈ ਉਹ ਇਹਨਾਂ ਨੇ ਤਿੰਨ ਪ੍ਰਪੋਜ਼ਲਸ ਦਿੱਤੀਆਂ ਔਰ ਉਹ ਪ੍ਰਪੋਜ਼ਲ ਜਿਹੜੀਆਂ ਹੈਗੀਆਂ ਐਕਸੈਪਟ ਨਹੀਂ ਹੋਈਆਂ। ਇਹਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੇ ਝਾਕੀ ਬਣਾ ਕੇ ਭੇਜ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੋੜਤੀ ਕਿ ਨਹੀਂ ਜੀ ਜਾਓ। ਮੈਨੂੰ ਜਿੱਥੇ ਤੱਕ ਲੱਗਦਾ ਇਹਦਾ ਮਤਲਬ ਇਹ ਹੈਗਾ ਕਿ ਉਹ ਪ੍ਰਪੋਜ਼ਲ ਉਹਨਾਂ ਦੇ ਮੁਤਾਬਕ ਜਾਂ ਉਹਨਾਂ ਦੇ ਜਿਹੜਾ ਪੈਰਾਮੀਟਰ ਸੀਗੇ ਉਹਨੂੰ ਸੂਟ ਨਹੀਂ ਕਰਦੀ ਸੀ ਜਾਂ ਉਹਦੇ ਵਿੱਚ ਨਹੀਂ ਸੀਗੀ। ਗੱਲ ਇਹ ਹੈਗੀ ਹੈ ਕਿ 3-4 ਚੀਜ਼ਾਂ ਜਿਹੜੀਆਂ ਹੈਗੀਆਂ, ਇੱਕ ਸਿਲੈਕਸ਼ਨ ਪ੍ਰੋਸੈਸ ਹੁੰਦਾ ਇਹਦਾ। ਉਹ ਸਿਲੈਕਸ਼ਨ ਜਿਸ ਵੇਲੇ ਸਾਰਿਆਂ ਦੀਆਂ ਆ ਜਾਂਦੀਆਂ ਪ੍ਰਪੋਜ਼ਲਸ, ਫਿਰ ਇੱਕ ਕਮੇਟੀ ਹੈਗੀ ਹੈ, ਕਮੇਟੀ ਬੈਠਦੀ ਹੈ, ਕਮੇਟੀ ਦੇ ਕਈ ਰਾਉਂਡਸ ਹੁੰਦੇ ਆ ਟਾਕਸ ਦੇ, ਔਰ ਉਹਦਾ ਬੇਸਿਸ ਕੀ ਹੁੰਦਾ। ਇੱਕ ਤਾਂ ਵੀ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ ਦੀ ਹੈ, ਇੱਕ ਐਸਥੈਟਿਕਲੀ ਝਾਕੀ ਅੱਛੀ ਲੱਗ ਰਹੀ ਹੈ, ਟੈਕਨੀਕਲੀ ਸਾਊਂਡ ਹੈ ਔਰ ਥੀਮ ਦੇ ਮੁਤਾਬਿਕ ਹੈ। ਔਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਜਿਹੜਾ ਹੈਗਾ ਜਾਂ ਪੰਜਾਬ ਦੀ ਜਿਹੜੀ ਪ੍ਰਪੋਜ਼ਲ ਸੀਗੀ ਉਹ ਨਹੀਂ ਹੋ ਸਕੀ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ 2017 ਤੇ ਬਾਅਦ ਪਹਿਲੀ ਵਾਰ ਹੈਗੀ ਹੈ ਕਿ ਸਾਡੀ ਝਾਕੀ ਜਿਹੜੀ ਹੈਗੀ ਹੈ ਗਣਤੰਤਰ ਦਿਵਸ ਤੇ ਨਹੀਂ ਹੋਏਗੀ। ਹੁਣ ਤੁਸੀਂ ਦੇਖੋ, 2018 ਦੇ ਵਿੱਚ ਸਾਡੀ ਜਿਹੜੀ ਝਾਕੀ ਸੀਗੀ ਉਹ ਸੀਗੀ ਲੰਗਰ ਪ੍ਰਥਾ ਦੇ ਉੱਪਰ। 2019 ਦੇ ਵਿੱਚ ਜਲਿਆਂਵਾਲਾ ਬਾਗ ਦੇ ਉੱਪਰ ਸੀਗੀ ਔਰ ਉਹਨੂੰ ਪ੍ਰਾਈਜ਼ ਵੀ ਮਿਲਿਆ ਸੀਗਾ। 2020 ਦੇ ਵਿੱਚ ਗੁਰੂ ਤੇਗ ਬਹਾਦਰ ਤੇ ਸੀਗੀ 400 ਸਾਲਾ, ਔਰ ਪਿਛਲੇ ਸਾਲ ਜਿਹੜੀ ਸੀਗੀ ਉਹ ਸਟਰਗਲ ਫॉर ਇੰਡੀਪੈਂਡੈਂਸ ਤੇ ਸੀਗੀ, ਜਿਹਦੇ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ ਉਹ ਸਾਰਾ ਦਿਖਾਏ ਗਏ ਸੀਗੇ। ਇਸ ਵਾਰ ਜਿਹੜਾ ਹੈਗਾ
ਜਾਂ ਤਾਂ ਹੈਗੀ ਹੈ ਕਿ ਝਾਕੀ ਦਾ ਇਹਨਾਂ ਨੂੰ ਪ੍ਰੋਪਰ ਟਾਈਮ ਨਹੀਂ ਮਿਲਿਆ, ਜਾਂ ਇਹਨਾਂ ਨੇ ਕਿਤੇ ਅਣਗਹਿਲੀ ਕੀਤੀ ਜਿਹਦੀ ਵਜ੍ਹਾ ਕਰਕੇ ਇਹ ਝਾਕੀ ਜਿਹੜੀ ਹੈਗੀ ਹੈ ਸ਼ਾਮਿਲ ਨਹੀਂ ਹੋ ਸਕੀ। ਹੁਣ ਮੈਂ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਕਰਾਂਗਾ ਕਿ 2022 ਚ ਯਾਨੀ ਕਿ ਲਾਸਟ ਈਅਰ ਮਮਤਾ ਬੈਨਰਜੀ ਨੇ ਬਹੁਤ ਵੱਡਾ ਇਲਜ਼ਾਮ ਲਾਇਆ ਸੀਗਾ ਕਿ ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਸੁਭਾਸ਼ ਚੰਦਰ ਬੋਸ ਦੇ ਉੱਪਰ ਝਾਕੀ ਬਣਾਈ ਸੀਗੀ ਲੇਕਿਨ ਉਹ ਰਿਜੈਕਟ ਕਰਤੀ। ਪਿਛਲੇ ਸਾਲ ਰਿਜੈਕਟ ਜਿਹੜੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਵੈਸਟ ਬੰਗਾਲ, ਤਾਮਿਲਨਾਡੂ ਤੇ ਕੇਰਲਾ ਸੀ। ਔਰ ਇਸ ਵਾਰ ਜਦ ਆਪਾਂ ਦੇਖਦੇ ਹਾਂ ਤਾਂ ਜਿਹੜੇ ਸਿਲੈਕਟ ਹੋਏ ਆ ਉਹਨਾਂ ਵਿੱਚੋਂ ਹਰਿਆਣਾ ਹੈ, ਯੂਪੀ ਹੈ, JNK ਹੈ, ਲੱਦਾਖ ਹੈ, ਉੱਤਰਾਖੰਡ ਹੈ, ਤਾਮਿਲਨਾਡੂ ਹੈ, ਅਸਾਮ ਹੈ, ਅਰੁਣਾਚਲ ਹੈ, ਆਂਧਰ ਹੈ, ਗੁਜਰਾਤ ਹੈ। ਔਰ ਇਹ ਸਾਰੇ ਇਹ ਦੋ ਰੀਜਨਲ ਪਾਰਟੀ ਨੂੰ ਛੱਡ ਕੇ ਸਾਰੀਆਂ BJP ਦੇ ਸ਼ਾਸਿਤ ਸਟੇਟਸ ਹੈਗੇ। ਔਰ ਜਿਹੜੀਆਂ ਰਿਜੈਕਟ ਹੈ ਦੇਖੋ, ਜਾਂ ਜਿਹੜੀਆਂ ਝਾਂਕੀਆਂ ਸ਼ਾਮਲ ਨਹੀਂ ਕੀਤੀਆਂ ਗਈਆਂ ਉਹਦੇ ਵਿੱਚ ਛੱਤੀਸਗੜ੍ਹ ਹੈ, ਕਾਂਗਰਸ ਰੂਲਡ ਹੈ, ਰਾਜਸਥਾਨ ਕਾਂਗਰਸ ਰੂਲਡ ਹੈ, HP ਇਸ ਵੇਲੇ ਕਾਂਗਰਸ ਰੂਲਡ ਹੈ, ਪੰਜਾਬ ਆਮ ਆਦਮੀ ਪਾਰਟੀ ਰੂਲਡ ਹੈ। ਤਾਂ ਉਹ ਤੋਂ ਖਾਲੀ ਸਾਹਿਬ ਕੁਝ ਸਿਆਸਤ ਨਹੀਂ ਲੱਗ ਰਹੀ ਇੱਥੇ? ਹਾਲਾਂਕਿ ਤੁਸੀਂ ਜਿਹੜੇ ਥੀਮ ਦਿੱਤੇ ਨੇ 5 ਜੀ ਮੈਂ ਇਸੇ ਗੱਲ ਤੇ ਆ ਰਿਹਾ ਵੀ ਕਿਆ ਇਹ ਕੋਇਨਸੀਡੈਂਟ ਹੈ ਕਿ ਇੱਕ ਵੀ ਕਾਂਗਰਸ ਸ਼ਾਸਿਤ ਪ੍ਰਦੇਸ਼ ਜਿਹੜਾ ਹੈਗਾ ਉਹ ਝਾਕੀ ਦੇ ਵਿੱਚ ਸ਼ਾਮਿਲ ਨਹੀਂ ਹੈ ਜਿਹੜੀਆਂ ਇਹ ਹੈਗੀਆਂ। ਔਰ ਦੂਸਰੇ ਪਾਸੇ ਜਿਹੜੇ ਜਿਨ੍ਹਾਂ ਨੂੰ ਨਾ ਕੀਤੀ ਹੈ ਜਾਂ ਰਿਜੈਕਟ ਹੋਈਆਂ ਉਹਨਾਂ ਵਿੱਚੋਂ ਕੋਈ ਵੀ BJP ਰੂਲਡ ਸਟੇਟ ਨਹੀਂ ਹੈ। ਤਾਂ ਇਹ ਤੋਂ ਇਦਾਂ ਲੱਗਦਾ ਹੈ ਵੀ ਕਿਤੇ ਨਾ ਕਿਤੇ ਇਹ ਜਿਹੜੀ ਹੈਗੀ ਹੈ ਸਿਆਸਤ ਵੀ ਹੋ ਰਹੀ ਹੈ, ਇਹ ਕਹਿ ਕੇ ਕਿ ਜੀ ਤੁਹਾਡੀ ਝਾਕੀ ਜਿਹੜੀ ਹੈ ਉਹ ਸਾਡੇ ਜਿਹੜੀਆਂ ਪ੍ਰਪੋਜ਼ਲ ਸੀਗੀਆਂ ਉਹਦੇ ਮੁਤਾਬਕ ਉਹਦੇ ਅਨੁਕੂਲ ਨਹੀਂ ਸੀਗੀ। ਤਾਂ ਇਹ ਦੋਨਾਂ ਚੀਜ਼ਾਂ ਹੈਗੀਆਂ। ਹੁਣ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦਾ ਵਕਤਵ ਜਾਂ ਉਹਦਾ ਜਿਹੜਾ ਹੈਗਾ ਉਹਨਾਂ ਨੂੰ ਖੁਲਾਸਾ ਕਰਨਾ ਚਾਹੀਦਾ ਕਿ ਅਨਮੋਲ ਗਗਨ ਮਾਨ ਜੀ ਦਾ ਹੁਣੇ ਬਿਆਨ ਆਇਆ, ਉਹ ਕਹਿੰਦੇ ਕਿ ਅਸੀਂ ਤਾਂ ਸ਼ਹੀਦ ਭਗਤ ਸਿੰਘ ਤੇ ਜੋ ਸ਼ਹੀਦ ਹੋਏ ਨੇ ਪੰਜਾਬ ਤੋਂ ਸੰਬੰਧਿਤ ਉਹਨਾਂ ਨੂੰ ਲੈ ਕੇ ਅਸੀਂ ਝਾਂਕੀ ਬਣਾਣੀ ਸੀ। ਉਹ ਜਨਾਬ ਉਹ ਤਾਂ ਪਿਛਲੇ ਸਾਲ ਵੀ ਸੀਗਾ, ਮੈਂ ਤੁਹਾਨੂੰ ਦੱਸਿਆ ਨਾ, ਤੁਸੀਂ ਰਿਪੀਟ ਥੋੜੀ ਕਰੋਗੇ। ਪਿਛਲੇ ਸਾਲ ਦੀ ਜਿਹੜੀ ਝਾਕੀ ਸੀਗੀ ਉਹਦੇ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ ਦਾ ਜਿਹੜਾ ਲਾਹੌਰ ਦੇ ਵਿੱਚ ਉਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਉਹਦੀ ਝਾਕੀ ਸੀਗੀ। ਤੁਸੀਂ ਦੱਸਿਆ ਇਨਾਮ ਵੀ ਮਿਲਿਆ ਉਹਨੂੰ, ਨਾ ਇਨਾਮ ਮਿਲਿਆ ਸੀਗਾ ਸਾਨੂੰ ਜਲਿਆਂਵਾਲਾ ਬਾਗ ਤੇ 2019 ਦੇ ਵਿੱਚ ਜੀ। ਤੇ ਇਹ ਜਿਹੜੀਆਂ ਝਾਕੀਆਂ ਹੈਗੀਆਂ ਤੁਸੀਂ ਇਹ ਨਹੀਂ ਹੈ ਵੀ ਹਰ ਵਾਰ ਇੱਕੋ ਹੀ ਝਾਕੀ ਲਿਆ ਕੇ ਖੜੀ ਕਰ ਦਿਓਗੇ, ਤੁਹਾਨੂੰ ਉੱਥੇ ਡਾਈਵਰਸਿਟੀ ਸ਼ੋ ਕਰਨੀ ਪਏਗੀ। ਅਲੱਗ-ਅਲੱਗ ਆਈਡੀਆਜ਼ ਜਿਹੜੇ ਹੈਗੇ ਆ ਉਹ ਸਾਹਮਣੇ ਲਿਆ ਕੇ ਰੱਖਣੇ ਪੈਣਗੇ ਸਟੇਟ ਦੇ ਵੱਲੋਂ। ਉਹ ਹੋ ਸਕਦਾ ਨਾ ਹੋ ਸਕਿਆ ਹੋਵੇ, ਸਿਰਫ ਇਹ ਨਹੀਂ ਵੀ ਕਲਚਰ ਹੀ ਪੰਜਾਬ ਦਾ ਸਿਰਫ ਕਲਚਰ ਹੀ ਥੋੜਾ ਹੀ ਹੈ, ਪੰਜਾਬ ਦੇ ਵਿੱਚ ਵੀ ਹੋਰ ਬੜੀਆਂ ਚੀਜ਼ਾਂ ਹੈਗੀਆਂ। ਪੰਜਾਬ ਦੀ ਹਰ ਵਾਰ ਤੁਸੀਂ ਜਲਿਆਂਵਾਲਾ ਬਾਗ ਥੋੜੀ ਲਿਆ ਕੇ ਉਹ ਕਰ ਦਿਓਗੇ। ਜਲਿਆਂਵਾਲਾ ਬਾਗ ਦੀ ਆਪਣੀ ਇੰਪੋਰਟੈਂਸ ਹੈ ਜਾਂ ਸ਼ਹੀਦਾਂ ਦੀ ਆਪਣੀ ਇੰਪੋਰਟੈਂਸ ਹੈ, ਲੇਕਿਨ ਝਾਕੀਆਂ ਦੇ ਵਿੱਚ ਇਹ ਡਿਫੈਂਸ ਮਿਨਿਸਟਰੀ ਜਾਂ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਨਾ ਪਏਗਾ। ਹੁਣ ਇਹ ਜਿਹੜਾ ਹੈਗਾ ਇਹ ਤਾਂ ਬਿਆਨ ਪੰਜਾਬ ਸਰਕਾਰ ਵੱਲੋਂ ਹੋਣਾ ਚਾਹੀਦਾ ਕਿ ਆਹ ਪ੍ਰਪੋਜ਼ਲ ਸੀਗੀਆਂ, ਇਹ ਪ੍ਰਪੋਜ਼ਲਾਂ ਅਸੀਂ ਭੇਜੀਆਂ ਔਰ ਇਹ ਕਹਿ ਕੇ ਰਿਜੈਕਟ ਕੀਤੇ। ਹਰ ਚੀਜ਼ ਜਿਹੜੀ ਹੈਗੀ ਪਬਲਿਕ ਡੋਮੇਨ 'ਚ ਹੋਵੇ, ਕਿਉਂਕਿ ਕਿਸੇ ਸਟੇਟ ਦੀ ਝਾਕੀ ਦਾ ਰਿਜੈਕਟ ਹੋਣਾ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਰਿਜੈਕਟ ਕਰਦਾ। ਬਿਲਕੁਲ ਨਹੀਂ, ਖਾਲੀ ਸਾਹਿਬ ਇੱਥੇ ਹਾਲਾਂਕਿ ਇਹ ਵੀ ਹੈ ਕਿ 19 ਤਰੀਕ ਨੂੰ 9 ਤਰੀਕ ਨੂੰ ਮੀਟਿੰਗ ਹੁੰਦੀ ਹੈ, ਸਾਰੇ ਚੀਫ ਸੈਕਟਰੀਆਂ ਨੂੰ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੂੰ ਉਹ ਸਾਰੇ ਥੀਮ ਦੱਸੇ ਜਾਂਦੇ ਵੀ ਆਹ 5 ਥੀਮਸ ਤੇ ਤੁਸੀਂ ਬਣਾ ਲਓ ਤੇ 19 ਤਰੀਕ ਉਹਨਾਂ ਨੂੰ ਲਾਸਟ ਮੁਕਰਰ ਕਰ ਦਿੱਤੀ ਜਾਂਦੀ ਹੈ। ਨਾਲ ਇਹ ਵੀ ਮੈਂਸ਼ਨ ਕੀਤਾ ਜਾਂਦਾ ਕਿ ਇਸ ਦੇ ਵਿੱਚ ਕੋਈ ਬਦਲਾਵ ਨਹੀਂ ਹੋਣਾ ਚਾਹੀਦਾ। ਅਗਰ ਬਦਲਾਵ ਹੋਇਆ ਤਾਂ 23 ਤਰੀਕ ਨੂੰ ਜਿਹੜੀ ਰਿਹਰਸਲ ਹੋਏਗੀ ਉੱਥੇ ਅਸੀਂ ਇਹਨੂੰ ਰਿਜੈਕਟ ਕਰ ਸਕਦੇ ਹਾਂ। ਤਾਂ ਫਿਰ ਇਹਦਾ ਮਤਲਬ ਸਵਾਲ ਸਾਰਾ ਫਿਰ ਸੂਬੇ ਸਰਕਾਰ ਤੇ ਆ ਗਿਆ, ਕਿਉਂਕਿ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਦੇ ਵਿੱਚ ਤਾਂ ਜੇ ਭਗਤ ਸਿੰਘ ਤੇ ਇਹੋ ਜੀ ਕੋਈ ਵੀ ਝਾਂਕੀ ਇਹੋ ਜਿਹਾ ਕੋਈ ਥੀਮ ਹੀ ਨਹੀਂ ਰੱਖਿਆ ਗਿਆ ਸੀਗਾ ਜੀ। ਮੈਂ ਉਹੀ ਕਹਿ ਰਿਹਾ ਨਾ ਕਿ ਜਿਸ ਵੇਲੇ ਇਹ ਚੀਜ਼ ਪਬਲਿਕ ਡੋਮੇਨ 'ਚ ਆਉਣੀ ਚਾਹੀਦੀ ਹੈ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਵੀ ਸਾਡੀ ਝਾਕੀ ਜਿਹੜੀ ਹੈਗੀ ਹੈ ਕਿਉਂ ਰਿਜੈਕਟ ਕੀਤੀ ਗਈ, ਜਾਂ ਝਾਕੀ ਬਣਾਈ ਨਹੀਂ ਸੀ, ਸਿਰਫ ਪ੍ਰਪੋਜ਼ਲ ਲੈਵਲ ਤੇ ਰਿਜੈਕਟ ਹੋ ਗਈ। ਕਿਉਂਕਿ ਪਤਾ ਕੀ ਹੈ ਕਿ ਇਹ ਸਾਰੀਆਂ ਚੀਜ਼ਾਂ ਟਾਈਮ ਬਾਉਂਡ ਹੁੰਦੀਆਂ, ਕਿਉਂਕਿ ਰਿਹਰਸਲ ਵੀ ਕਰਨੀ ਹੁੰਦੀ ਹੈ। ਬਿਲਕੁਲ, ਰਿਹਰਸਲ ਤੋਂ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ, ਮਤਲਬ ਸਭ ਕੁਝ ਤਿਆਰ ਹੋਣਾ ਚਾਹੀਦਾ ਹੈ। ਇਹ ਨਹੀਂ ਕਹਿ ਸਕਦੇ ਕਿ ਤੁਸੀਂ ਜੀ ਰਿਹਰਸਲ ਕਰ ਲਓ ਕੋਈ ਝਾਕੀ ਅਸੀਂ ਭੇਜਦੇ ਹਾਂ, ਇਦਾਂ ਨਹੀਂ ਹੋ ਸਕਦਾ। ਇਸ ਕਰਕੇ ਔਰ ਟਾਈਮ ਬਾਉਂਡ ਡੇਟ ਬਾਉਂਡ ਹੁੰਦਾ ਹੈ, ਫਲਾਨੀ ਤਰੀਕ ਤੱਕ ਇਹ ਕੰਮ ਹੋਣਾ ਹੈ, ਫਲਾਨੀ ਤੱਕ ਇਹ ਕੰਮ ਹੋਣਾ ਹੈ, ਫਲਾਨੀ ਤੱਕ ਇਹ ਕੰਮ ਹੋਣਾ ਹੈ। ਅਗਰ ਉਹ ਤੋਂ ਤੁਸੀਂ ਵੀ ਥੋੜਾ ਦਿਦਰ ਕਰੋਗੇ, ਇੱਧਰ ਉੱਧਰ ਜਾਓਗੇ ਤਾਂ ਉਹਦੇ ਨਾਲ ਤੁਹਾਡਾ ਸਾਰਾ ਪ੍ਰੋਗਰਾਮ ਖਰਾਬ ਹੋਏਗਾ। ਇਸ ਕਰਕੇ ਇਹ ਸਟੇਟ ਗਵਰਨਮੈਂਟ ਨੂੰ ਦੱਸਣਾ ਚਾਹੀਦਾ ਕਿਹੜੇ ਤਰੀਕ ਨੂੰ ਪ੍ਰਪੋਜ਼ਲਾਂ ਆਈਆਂ
ਉੱਥੋਂ ਗਾਈਡਲਾਈਨਸ ਆਈਆਂ, ਕਿਹੜੀ ਤਰੀਕ ਨੂੰ ਤੁਸੀਂ ਪ੍ਰਪੋਜ਼ਲਾਂ ਭੇਜੀਆਂ, ਕੀ ਪ੍ਰਪੋਜ਼ਲਾਂ ਭੇਜੀਆਂ, ਕੀ ਕਹਿ ਕੇ ਉਹਨਾਂ ਨੂੰ ਰਿਜੈਕਟ ਕੀਤਾ ਗਿਆ। ਆਫਟਰ ਆਲ ਜਿਹੜੀ ਕਮੇਟੀ ਹੈ ਜਿਹੜੀ ਕਿ ਸਾਰਾ ਕੁਝ ਦੇਖਦੀ ਹੈ, ਉਹਦੀਆਂ ਕੋਈ ਪ੍ਰੋਸੀਡਿੰਗ ਹੁੰਦੀਆਂ ਹੋਣਗੀਆਂ, ਉਹਦੇ ਕੋਈ ਡਿਸੀਜਨ ਹੁੰਦੇ ਹੋਣਗੇ, ਉਹ ਡਿਸੀਜਨ ਦਾ ਕੋਈ ਬੇਸ ਹੁੰਦਾ ਹੋਏਗਾ। ਉਹ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਨੂੰ ਪਤਾ ਲੱਗਿਆ ਔਰ ਸਟੇਟ ਦੇ ਅਧਿਕਾਰੀਆਂ ਨੂੰ ਵੀ ਪਤਾ ਲੱਗੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਨਾ ਹੋਵੇ, ਨੰਬਰ 1। ਦੂਸਰੀ ਗੱਲ ਇਹ ਹੋ ਗਿਆ, ਅਗਰ ਬਿਨਾਂ ਕਿਸੇ ਰੈਸ਼ਨਲ, ਬਿਨਾਂ ਕਿਸੇ ਤਰਕ ਤੇ ਤੁਹਾਡੀ ਪ੍ਰਪੋਜ਼ਲ ਜਾਂ ਤੁਹਾਡੀ ਝਾਕੀ ਰਿਜੈਕਟ ਕੀਤੀ ਹੈ, ਇਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਤਾਂ ਕਿ ਇਹ ਪਤਾ ਲੱਗੇ ਕਿ ਸਿਆਸਤ ਹੋ ਰਹੀ ਹੈ ਇਹਦੇ ਵਿੱਚ। ਗਣਤੰਤਰ ਦਿਵਸ ਦੀ ਜਿਹੜੀ ਪਰੇਡ ਹੈ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਸਰਕਾਰ ਨੂੰ ਜਾਂ ਸੂਬਾ ਸਰਕਾਰ ਨੂੰ ਡੈਫੀਨੇਟਲੀ ਦੱਸਣੀਆਂ ਚਾਹੀਦੀਆਂ। ਇਹਦੇ ਪਰ ਬਾਕਾਇਦਾ ਇੱਕ ਬੁਲੇਟਿਨ ਜਾਰੀ ਕਰਨਾ ਚਾਹੀਦਾ ਕਿ ਕਿਉਂ ਸਾਡੀ ਝਾਕੀ ਜਿਹੜੀ ਹੈਗੀ ਹੈ ਉਹ ਸ਼ਾਮਿਲ ਨਹੀਂ ਹੋ ਸਕੀ ਇਸ ਵਾਰ। ਨਾਲੇ ਖਾਲੀ ਸਾਹਿਬ ਤੁਸੀਂ ਦੇਖੋ ਕਿ ਭਾਜਪਾ ਦੇ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ ਰੂਪਾਣੀ ਜੀ, ਉਹਨਾਂ ਵੱਲੋਂ ਬਿਆਨ ਆਇਆ ਕਿ ਇਹ ਤਾਂ ਕੋਈ ਸੂਬਾ ਸਰਕਾਰ ਵੱਲੋਂ ਕਮੀ ਰਹਿ ਗਈ ਹੋਣੀ ਹੈ ਤਾਂ ਕਰਕੇ ਰਿਜੈਕਟ ਹੋਈ। ਸੂਬਾ ਸਰਕਾਰ ਕਹਿੰਦੀ ਹੈ ਜੀ ਕੇਂਦਰ ਸਰਕਾਰ ਨੇ ਰਿਜੈਕਟ ਕਰ ਦਿੱਤੀ। ਉਧਰੋਂ ਸੁਖਬੀਰ ਬਾਦਲ ਜੀ ਕਹਿੰਦੇ ਕਿ ਇਹਨੂੰ ਦੁਬਾਰਾ ਵਿਚਾਰ ਕਰੋ, ਇਹ ਵਾਕਈ ਮਤਲਬ ਇਹ ਇਸ ਤਰੀਕੇ ਨਾਲ ਰਿਜੈਕਟ ਨਹੀਂ ਹੋਣੀ ਚਾਹੀਦੀ ਸੀ। ਭਗਵੰਤ ਮਾਨ ਨੂੰ ਕੇਂਦਰ ਸਰਕਾਰ ਦੇ ਅੱਗੇ ਦੁਬਾਰਾ ਆਪਣਾ ਪੱਖ ਰੱਖਣਾ ਚਾਹੀਦਾ। ਤਾਂ ਹੁਣ ਇਹ ਤਾਂ ਸਿਆਸਤ ਹੋ ਜਾਣੀ ਹੈ ਤੇ ਇੰਨੀ 'ਚ 26 ਤਰੀਕ ਆ ਜਾਣੀ ਹੈ ਆਖਰਕਾਰ। ਬਿਲਕੁਲ ਦਿਨ 2 ਰਹਿ ਗਏ। ਇੱਕ ਫੁੱਲ ਡਰੈਸ ਰਿਹਰਸਲ ਜਿਹੜੀ ਹੈਗੀ ਹੋਣੀ ਹੈ ਔਰ ਉਹ ਤੋਂ ਪਹਿਲਾਂ ਜੇ ਹੁਣ ਵੀ ਪ੍ਰਪੋਜ਼ਲ ਸਟੇਜ ਦੇ ਉੱਪਰ ਆਪਾਂ ਬੈਠੇ ਆ ਤਾਂ ਫੇਰ ਤਾਂ ਅਸੀਂ ਝਾਕੀ ਬਣਾਉਣ ਦੇ ਵਿੱਚ ਉਹ ਸਾਰੇ ਕੁਝ ਤਾਂ ਬੜਾ ਟਾਈਮ ਲੱਗਦਾ। ਬਿਲਕੁਲ ਉਹ ਇਹ ਤਾਂ ਹੈ ਨਹੀਂ ਕਿ ਅਚਾਨਕ ਤੁਸੀਂ ਕਿਹਾ ਤੇ ਹੋ ਗਿਆ। ਤਾਂ ਉਹਦੇ ਵਿੱਚ ਆਈਡੀਆਜ਼ ਨੂੰ ਪ੍ਰੋਪਰ ਤਰੀਕੇ ਦੇ ਨਾਲ, ਟੈਕਨੀਕਲ ਢੰਗ ਦੇ ਨਾਲ, ਥੀਮ ਦੇ ਮੁਤਾਬਕ ਪਰੋਸਣਾ, ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰੋਜੈਕਟ ਹੁੰਦਾ। ਉਹ ਪ੍ਰੋਜੈਕਟ ਅਚਾਨਕ ਨਹੀਂ ਹੋ ਸਕਦਾ। ਹੁਣ ਤਾਂ ਬੜਾ ਮੁਸ਼ਕਿਲ ਹੈ ਇਹ ਕਹਿਣਾ ਕਿ ਜੀ ਸਿਰਫ ਸਟੇਟ ਦੀ ਵਜ੍ਹਾ ਕਰਕੇ ਹੋ ਗਿਆ। ਹੋ ਸਕਦਾ ਉੱਥੋਂ ਕੋਈ ਸਿਆਸਤ ਹੋ ਗਈ ਹੋਵੇ। ਇਸੇ ਕਰਕੇ ਮੈਂ ਕਹਿਣਾ ਕਿ ਸਟੇਟ ਗਵਰਨਮੈਂਟ ਨੂੰ ਇਹ ਚੀਜ਼ਾਂ ਲੋਕਾਂ ਦੇ ਸਾਹਮਣੇ ਲਿਆਉਣੀਆਂ ਚਾਹੀਦੀਆਂ, ਪਤਾ ਲੱਗੇ ਕਿ ਝਾਕੀ ਦੇ ਵਿੱਚ ਅਸੀਂ ਉੱਥੇ ਕਿਉਂ ਨਹੀਂ ਪਰੇਡ ਦੇ ਵਿੱਚ ਸ਼ਾਮਿਲ ਹੋ ਸਕੇ। ਪੰਜਾਬ ਜਿਹੜਾ ਹੈਗਾ ਸਿੱਧ ਔਰ ਮੋਢੀ ਸੂਬਾ ਹੈ, ਅਗਰ ਉਹਦੀ ਝਾਕੀ ਉੱਥੇ ਨਹੀਂ ਹੈ ਤਾਂ ਡੈਫੀਨੇਟਲੀ ਸਾਨੂੰ ਪੰਜਾਬੀਆਂ ਨੂੰ ਇਹ ਚੀਜ਼ ਸੋਚਣੀ ਪਏਗੀ ਕਿ ਅਸੀਂ ਅਨਰਿਪਰੈਜ਼ੈਂਟਡ ਕਿਉਂ ਆ ਰਿਪਬਲਿਕ ਡੇ ਦੇ ਵਿੱਚ। ਬਿਲਕੁਲ, ਕਿਉਂਕਿ ਕੈਨੇਡਾ ਦੇ ਵਿੱਚ, US, ਬਾਹਰਲੇ ਮੁਲਕਾਂ 'ਚ ਜਿਹੜੇ ਪੰਜਾਬੀ ਬੈਠੇ ਨੇ, ਜੋ ਕਿ ਛੋਟੇ ਨਹੀਂ ਕਾਫੀ ਵੱਡੀ ਤਾਦਾਦ 'ਚ ਬੈਠੇ ਨੇ, ਉਹਨਾਂ ਦੇ ਇਮੋਸ਼ਨਸ, ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ। ਸਾਰਾ ਦੁਨੀਆ ਤੁਹਾਨੂੰ ਦੇਖ ਰਹੀ ਹੁੰਦੀ ਹੈ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਉਹ ਪੰਜਾਬੀਆਂ ਦੇ ਮਨ ਦੇ ਵਿੱਚ ਵੀ ਬੜਾ ਇੱਕ, ਚਾਹੇ ਉਹ ਆਖਰਕਾਰ ਭਾਜਪਾ ਵਾਸਤੇ ਹੀ, ਮਤਲਬ ਇੱਕ ਵਾਰੀ ਇਹ ਲੱਗੂਗਾ ਕਿ ਇੱਥੇ ਤਾਂ ਇੰਨੀ ਸਿਆਸਤ ਨਹੀਂ ਕਰਨੀ ਚਾਹੀਦੀ ਸੀ, ਕਿਉਂਕਿ ਇਹ ਸਿਆਸਤਦਾਨ ਇਸ ਤਰੀਕੇ ਨਾਲ ਪ੍ਰੋਜੈਕਟ ਕਰ ਦਿੰਦੇ ਨੇ ਵੀ ਹਾਂਜੀ ਸਿਆਸਤ ਹੋਈ ਹੈ, ਕਿਉਂਕਿ ਆਪਦੀ ਕਮੀ, ਆਪਦੀ ਗਲਤੀ ਕੋਈ ਮੰਨਣ ਨੂੰ ਤਿਆਰ ਨਹੀਂ। ਦੇਖੋ, ਗਲਤੀ ਅਗਰ ਹੋਈ ਹੈ ਤਾਂ ਗਲਤੀ ਮੰਨਣੀ ਚਾਹੀਦੀ ਹੈ, ਉਹਦੇ ਸੁਧਾਰ, ਅਗਰ ਗਲਤੀ ਮੰਨ ਲਓ ਤਾਂ ਅੱਗੇ ਨੂੰ ਸੁਧਾਰ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਆਪਣੀ ਗਲਤੀ ਤਾਂ ਮੰਨੋ ਹੀ ਨਾ, ਉਹਦੇ ਪਰ ਅੜੇ ਰਹੋ, ਤਾਂ ਉਹ ਇੱਕ ਕੋਈ ਵਧੀਆ ਐਟੀਟਿਊਡ ਨਹੀਂ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ, ਡੈਫੀਨਿਟਲੀ ਜਿਸ ਵੇਲੇ 26 ਜਨਵਰੀ ਦੀ ਪਰੇਡ ਹੁੰਦੀ ਹੈ, ਆਪਾਂ ਵੀ ਘਰਾਂ ਦੇ ਵਿੱਚ ਟੈਲੀਵਿਜ਼ਨ ਲਾ ਕੇ ਬੈਠਦੇ ਹਾਂ, ਅਗਰ ਕਿਤੇ ਕੋਈ ਨਾ ਜਾਣਾ ਹੋਵੇ ਕਿ ਵੀ ਜਿਹੜੀ ਸਾਡੀ ਝਾਕੀ ਆਏਗੀ ਜਾਂ ਕਿਸ ਤਰ੍ਹਾਂ ਦੀ ਪਰੇਡ ਹੋ ਰਹੀ ਹੈ, ਉਹਦੇ ਵਿੱਚ ਜੇ ਪੰਜਾਬ ਦਾ ਟੈਬਲਿਊ ਨਹੀਂ ਹੋਏਗਾ, ਔਰ ਪੂਰੀ ਦੁਨੀਆ 'ਚ ਦੇਖਿਆ ਜਾਂਦਾ, ਤੁਸੀਂ ਖਾਸ ਤੌਰ ਪਰ ਜਿੱਥੇ ਵੀ ਇੰਡੀਅਨਸ ਬੈਠੇ ਹੈ ਪੂਰੀ ਦੁਨੀਆ ਦੇ ਵਿੱਚ, ਉਹ ਵੀ ਉਸ ਚੀਜ਼ ਨੂੰ ਲਾਈਵ ਦੇਖਦੇ ਆ। ਔਰ ਅਗਰ ਔਡ ਟਾਈਮ ਹੈ ਤਾਂ ਰਾਤ ਨੂੰ ਔਡ ਆਵਰਸ ਤੇ ਵੀ ਦੇਖਦੇ ਆ, ਅਗਰ ਉਹਨਾਂ ਦੇ ਔਡ ਆਵਰਸ ਹੈ ਸਾਡੇ ਟਾਈਮ ਦੇ ਮੁਤਾਬਕ। ਤਾਂ ਜਿਸ ਵੇਲੇ ਉਹ ਚੀਜ਼ ਨਹੀਂ ਹੋਏਗੀ ਤਾਂ ਡੈਫੀਨੇਟਲੀ ਇੱਕ ਨਮੋਸ਼ੀ ਔਰ ਇਹ ਚੀਜ਼ ਹੋਏਗੀ ਕਿ ਜਾਂ ਤਾਂ ਸਟੇਟ ਗਵਰਨਮੈਂਟ ਤੇ ਉਂਗਲੀ ਉੱਠੇਗੀ ਜਾਂ ਕहेंगे ਕੇਂਦਰ ਨੇ ਸਿਆਸਤ ਕੀਤੀ ਹੈ। ਦੋਨੇ ਚੀਜ਼ਾਂ। ਲੇਕਿਨ ਅਗਰ ਪੰਜਾਬ ਦੀ ਸਰਕਾਰ ਖੁੱਲ ਕੇ ਸਾਰੀ ਚੀਜ਼ ਨੂੰ ਦੱਸ ਦਿੰਦੀ ਹੈ ਲੋਕਾਂ ਸਾਹਮਣੇ ਲਿਆ ਕੇ, ਤਾਂ ਉਹਦਾ ਫਾਇਦਾ ਹੈਗਾ। ਉਹਦੇ ਨਾਲ ਜਿਹੜੀ ਮਨਮਟਾਵ ਹੈ ਜਾਂ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਐਕਿਊਜ਼ੇਸ਼ਨ ਹੈ ਇੱਕ ਦੂਸਰੇ ਦੇ ਖਿਲਾਫ, ਉਹ ਨਹੀਂ ਹੋਣਗੀਆਂ। ਪਤਾ ਲੱਗ ਜਾਏਗਾ ਕਿ दूध ਦਾ दूध ਪਾਣੀ ਦਾ ਪਾਣੀ ਹੋ ਜਾਏਗਾ। ਸਰ 26 ਤਰੀਕ ਨੂੰ ਇੱਕ ਹੋਰ ਇਵੈਂਟ ਮੰਨੀ ਜਾ ਰਹੀ ਸੀ ਕਿ ਕੈਦੀਆਂ ਦੀ ਰਿਹਾਈ ਦੀ, ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵਿੱਚੋਂ ਹੋਣਗੇ। 26 ਤਰੀਕ ਨੂੰ ਪੰਜਾਬ ਦੇ ਵਿੱਚ ਰਿਹਾ ਕਰ ਦਿੱਤੇ ਜਾਣਗੇ, ਪਰ ਕੈਬਨਿਟ ਮੀਟਿੰਗ ਉਹ 1 ਤਰੀਕ ਦੀ ਰੱਖ ਦਿੱਤੀ ਗਈ ਹੈ। ਤਾਂ ਕਿਤੇ ਨਾ ਕਿਤੇ ਹੁਣ ਇਹ ਖਦਸ਼ਾ ਹੋ ਰਿਹਾ ਕਿ 26 ਤਰੀਕ ਨੂੰ ਸ਼ਾਇਦ ਨਵਜੋਤ ਸਿੰਘ ਸਿੱਧੂ ਬਾਹਰ ਨਹੀਂ ਆਣਗੇ। ਹਾਲਾਂਕਿ ਕਾਂਗਰਸ ਇਹ ਉਮੀਦ ਲਾ ਕੇ ਬੈਠੇ ਸੀ
ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 'ਚ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਹੋ ਸਕਦੀ ਹੈ। ਹੁਣ ਇਹ ਦੱਸੋ ਕਿ ਉੱਥੇ ਵੀ ਸਿਆਸਤ ਕੀ ਇੱਥੇ ਵੀ ਸਿਆਸਤ ਤਾਂ ਨਹੀਂ ਕਿ ਭਾਰਤ ਜੋੜੋ ਯਾਤਰਾ ਟਪਾ ਦਈਏ ਤੇ ਬਾਅਦ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਾਹਰ ਆ ਜਾਣ? ਦੇਖੋ, ਭਾਰਤ ਜੋੜੋ ਯਾਤਰਾ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਉਹਨਾਂ ਨੇ ਸ੍ਰੀਨਗਰ ਦੇ ਵਿੱਚ ਜਾ ਕੇ ਜਾਂ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਵਿੱਚ ਸ਼ਾਮਿਲ ਹੋਣਾ। ਪੰਜਾਬ ਚ ਤੋਂ ਲੰਘ ਹੀ ਗਈ ਯਾਤਰਾ। ਜੀ ਜੀ ਜੀ। ਇਹ ਵੀ ਕਿਹਾ ਜਾਂਦਾ ਸੀਗਾ ਕਿ 26 ਨੂੰ ਉਹਨਾਂ ਨੇ ਰਿਹਾ ਕਰ ਦੇਣਾ। ਬੰਦੀ ਸਿੰਘਾਂ ਦਾ ਰਿਹਾ ਕਰਨ ਦਾ ਕੇਸ ਡਿਫਰੈਂਟ ਹੈ, ਇਹ ਕੇਸ ਡਿਫਰੈਂਟ ਹੈ। ਇਹ ਤਾਂ ਉਹਨਾਂ ਨੇ 6 ਮਹੀਨਿਆਂ ਦੀ ਆਪਣੀ ਜਿਹੜੀ ਹੈਗੀ ਹੈ ਸਜ਼ਾ ਮੁਕਰਰ ਹੋਈ ਉਹ ਭੁਗਤਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਬਾਹਰ ਆ ਜਾਂਦਾ। ਲੇਕਿਨ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਹੈ ਉਹਦਾ ਮਾਮਲਾ ਜਿਹੜਾ ਹੈਗਾ ਉਹਦੇ ਵਿੱਚ ਤਾਂ ਦਿੱਲੀ ਸਰਕਾਰ ਵੀ ਇਨਵੋਲਵਡ ਹੈ, ਉਹਦੇ ਵਿੱਚ ਸੈਂਟਰ ਦੇ ਨੁਮਾਇੰਦੇ ਵੀ ਉਹਦੇ ਵਿੱਚ ਬੈਠੇ, ਉਹ ਵੀ ਸਾਰੇ ਇਨਵੋਲਵਡ ਹੈ। ਉਹ ਇੱਕ ਡਿਫਰੈਂਟ ਇਸ਼ੂ ਹੈ। ਇਸ ਕਰਕੇ ਲੱਗਦਾ ਹੈ ਕਿ ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਹੈ, ਜਿਸ ਦਿਨ ਉਹਨਾਂ ਦੀ ਟਰਮ ਪੂਰੀ ਹੋ ਗਈ ਫਿਰ ਤਾਂ ਉਹਨਾਂ ਨੂੰ ਕੋਈ ਰੱਖੇ ਨਹੀਂ ਜਾ ਸਕਦਾ। ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਨਾ ਪਏਗਾ ਔਰ ਅਗਰ ਉਹ ਪਹਿਲਾਂ ਰਿਹਾ ਹੋ ਜਾਂਦੇ ਆ ਤਾਂ ਡੈਫੀਨੇਟਲੀ ਹੀ ਵਿਲ ਜੁਆਇਨ ਉੱਥੇ। ਉਹਨਾਂ ਨੇ ਕਿਉਂਕਿ ਮਿਸਿਸ ਨਵਜੋਤ ਸਿੰਘ ਸਿੱਧੂ ਨੇ ਜੁਆਇਨ ਕੀਤੀ ਹੈ ਯਾਤਰਾ, ਤਾਂ ਇਹ ਵੀ ਜੁਆਇਨ ਕਰਨਗੇ ਅਗਰ ਇਹਨਾਂ ਦੀ ਟਾਈਮ ਪੂਰਾ ਹੋ ਜਾਂਦਾ ਹੈ ਸਜ਼ਾ ਦਾ ਔਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਬਿਲਕੁਲ 51 ਕੈਦੀ ਸੀਗੇ ਜਿਹੜੇ ਕਿ ਜਿਨ੍ਹਾਂ ਦੀ 1 ਸਾਲ ਦੀ ਮਤਲਬ ਜਿਹਨੂੰ ਕਹਿ ਸੀ ਜਿਹੜਾ ਦੀ ਸਜ਼ਾ ਮਾਫ ਹੋਣੀ ਸੀ, ਬਾਕੀ ਜਿਹੜੀ ਰਹਿੰਦੀ ਸਜ਼ਾ ਤੇ 26 ਤਰੀਕ ਨੂੰ ਕਿਹਾ ਜਾ ਰਿਹਾ ਸੀ, ਕਿਆਸ ਲਾਏ ਜਾ ਰਹੇ ਸੀ ਕਿ ਉਹ ਸਾਰੇ ਰਿਹਾ ਕਰ ਦਿੱਤੇ ਜਾਣਗੇ। ਪਰ ਫਿਲਹਾਲ ਇਸ ਤੇ ਵੀ ਲੱਗਦਾ ਕਿ ਹਾਲੇ ਸਿਆਸਤ ਹੋਰ ਹੋਏਗੀ। ਹਾਂ, ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਹਜੇ ਉਹਦੇ ਵਿੱਚ ਕੋਈ ਸਰਟਨਲੀ ਨਹੀਂ ਕਿਹਾ ਜਾ ਸਕਦਾ। ਕਿਆਸ ਅਲੱਗ ਚੀਜ਼ ਹੁੰਦੀ ਹੈ ਕਿਉਂਕਿ ਇੱਕ ਹੁੰਦਾ ਹੈ ਕਿ ਜਿਹੜੇ ਪ੍ਰੋਸੀਜਰ ਹੁੰਦੇ ਆ ਜਦੋਂ ਸਾਰੇ ਪੂਰੇ ਨਹੀਂ ਹੋਣਗੇ ਤਾਂ ਉਹ ਰਿਹਾਈ ਨਹੀਂ ਹੋ ਸਕਦੀ। ਮੈਨੂੰ ਲੱਗਦਾ ਖਾਲਿਦ ਸਾਹਿਬ ਕਿਉਂਕਿ ਹਾਲੇ ਤੱਕ ਕਹਿੰਦੇ ਨੇ ਵੀ 26 ਤਰੀਕ ਨੂੰ ਹਰ ਵਾਰ ਹਰੇਕ ਸੂਬਾ ਕੋਈ ਨਾ ਕੈਦੀ ਰਿਹਾ ਕਰ ਦਿੰਦਾ ਕਿਉਂਕਿ ਉਹ ਗਣਤੰਤਰ ਦਿਵਸ ਨਾਲ ਜੋੜ ਕੇ ਰੱਖਦੇ ਨੇ ਤੇ ਉਸ ਤਰੀਕੇ ਨਾਲ ਉਹ ਕਰਦੇ ਨੇ। ਜੀ, ਉਹ ਤਾਂ ਹੁੰਦਾ ਹੈ ਜਿਵੇਂ ਕਿ ਪੰਜਾਬ ਗਵਰਨਮੈਂਟ ਨੇ ਕਰਨਾ ਹੈਗਾ ਤਾਂ ਪੰਜਾਬ ਗਵਰਨਮੈਂਟ ਨੇ ਉਹ ਕਰਨਾ। ਹਜੇ ਤੱਕ ਤਾਂ ਕਿਸੇ ਤਰ੍ਹਾਂ ਦੀ ਕੋਈ ਇੰਡੀਕੇਸ਼ਨ ਉਹਨਾਂ ਵੱਲੋਂ ਹੈ ਨਹੀਂ। ਬਿਲਕੁਲ। ਤੇ ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦਾ, ਕਿਉਂਕਿ ਉਹਨਾਂ ਨੇ ਬਾਹਰ ਆ ਜਾਣਾ, ਕਿਵੇਂ ਉਹਨਾਂ ਦਾ ਸਿਆਸੀ ਕਰੀਅਰ ਅੱਗੇ ਦੇਖ ਰਹੇ ਹੋ? ਕੀ ਕਾਂਗਰਸ ਦੇ ਵਿੱਚ ਉਸੇ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਦੀ ਅਸੈਪਟੈਂਸ ਹੋਏਗੀ? ਕਿਉਂਕਿ ਇੱਕ ਵਾਰ ਤਾਂ ਫਿਰ ਅੱਜ ਜਾਂਦੇ ਜਾਂਦੇ ਫਿਰ ਉਹਨਾਂ ਨੇ ਇੱਕ ਬਗਾਵਤੀ ਸੁਰ ਤਾਂ ਜ਼ਰੂਰ ਦਿਖਾ ਦਿੱਤੇ ਨੇ ਰਾਜਾ ਵੜਿੰਗ, ਰੰਧਾਵਾ, ਬਾਜਵਾ ਜੀ ਨੇ ਕਿ ਬਾਹਰਲੇ ਜਿਹੜੇ ਪਾਇਲਟ ਤੁਸੀਂ ਕੈਂਡੀਡੇਟ ਲੈ ਕੇ ਆਏ ਹੋ ਉਹਨਾਂ ਦਾ ਥੋੜਾ ਧਿਆਨ ਨਾਲ, ਹਾਲਾਂਕਿ ਮਨਪ੍ਰੀਤ ਬਾਦਲ ਆਧਾਰ ਬਣਾਇਆ ਪਰ ਨਿਸ਼ਾਨੇ ਨਵਜੋਤ ਸਿੰਘ ਸਿੱਧੂ ਤੇ ਸੀ। ਨਹੀਂ, ਅਸਲ ਵਿੱਚ ਨਿਸ਼ਾਨਾ ਜਿਹੜਾ ਹੈਗਾ ਕਈ ਜਗ੍ਹਾ ਉਹ ਮਾਰਿਆ ਗਿਆ। ਇਹ ਵੀ ਕਿਹਾ ਗਿਆ ਵੀ ਆਪਾਂ ਜਾਨਵਰ ਵੀ ਖਰੀਦਦੇ ਆ ਤਾਂ ਘੱਟੋ ਘੱਟ ਉਹਦਾ ਬਲੱਡ ਚੈੱਕ ਕਰ ਲੈਂਦੇ ਆ ਵਗੈਰਾ ਵਗੈਰਾ। ਉਹ ਬੇਸਿਕਲੀ ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਬਾਹਰ ਆਉਣ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਆਸਤ ਹੋਏਗੀ ਜਾਂ ਕਿਸ ਤਰ੍ਹਾਂ ਦੀ ਸਿਆਸਤ ਕਰਨਗੇ, ਇਹ ਹਜੇ ਇੱਕ ਬਹੁਤ ਲੰਬਾ ਚੌੜਾ ਕੁਐਸਚਨ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਜੇਲ੍ਹ ਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਨੂੰ ਮਿਲ ਕੇ ਆਏ ਆ, ਉਸ ਤੋਂ ਬਾਅਦ ਆ ਕੇ ਬਾਹਰ ਉਹ ਬੀਜੇਪੀ ਚਲੇ ਗਏ। ਤੁਸੀਂ ਇਹ ਕੀ ਇੰਡੀਕੇਟ ਕਰਦਾ ਹੈ? ਕਿਆ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਜਾਂ ਬਾਅਦ ਦੇ ਵਿੱਚ ਆ ਕੇ ਉਹਨਾਂ ਨੇ ਸਾਰਾ ਕੁਝ ਕੀਤਾ? ਇਹ ਸਾਰੀਆਂ ਚੀਜ਼ਾਂ ਪਲੱਸ ਨਵਜੋਤ ਸਿੰਘ ਸਿੱਧੂ ਬਾਹਰ ਆਉਣਗੇ ਤਾਂ ਉਹਨਾਂ ਦੀ ਐਬਸੈਂਸ ਦੇ ਵਿੱਚ ਜਿਹੜੀ ਸਪੇਸ ਹੋਊਗੀ ਉਹ ਕਿਹਨੇ ਭਰੀ ਹੈ, ਜਾਂ ਜਿਹੜੇ ਫੈਕਸ਼ਨਲਿਜ਼ਮ ਹੈ ਉਹ ਕਿੱਧਰ ਨੂੰ ਜਾ ਰਿਹਾ? ਕਿਉਂਕਿ ਫੈਕਸ਼ਨਸ ਤਾਂ ਹੈ ਹੀ ਪੰਜਾਬ ਦੀ ਕਾਂਗਰਸ ਦੇ ਵਿੱਚ, ਉਹ ਕਈ ਜਗ੍ਹਾ ਸਾਹਮਣੇ ਵੀ ਆਏ ਆ। ਈਵਨ ਭਾਰਤ ਜੋੜੋ ਯਾਤਰਾ ਦੇ ਵਿੱਚ ਵੀ ਆਪਾਂ ਨੇ 1-2 ਜਗ੍ਹਾ ਦੇਖਿਆ। ਤਾਂ ਉਸ ਕਰਕੇ ਹਜੇ ਤਾਂ ਉਹਨਾਂ ਨੇ ਬਾਹਰ ਆ ਕੇ ਆਪਣੇ ਆਪ ਨੂੰ ਦੁਬਾਰਾ ਅਸੈਸ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਮੈਂ ਕਿੱਧਰ ਜਾਵਾਂ, ਕਿਆ ਕਾਂਗਰਸ ਦੇ ਵਿੱਚ ਹੀ ਰਹਿ ਕੇ ਮੈਂ ਅੱਗੇ ਵੱਧ ਸਕਦਾ? ਕਿਉਂਕਿ ਕਾਂਗਰਸ ਦੇ ਵਿੱਚ ਵੀ ਐਸੇ ਲੋਕ ਹੈ ਜਿਹੜੇ ਧੁਰ ਵਿਰੋਧੀ ਹੈਗੇ ਆ ਨਵਜੋਤ ਸਿੱਧੂ ਦੇ, ਔਰ ਜਿਹੜੇ ਇੱਕ ਗੱਲ ਓਪਨਲੀ ਕਹਿੰਦੇ ਆ ਕਿ ਨਵਜੋਤ ਸਿੱਧੂ ਦੀ ਵਜ੍ਹਾ ਕਰਕੇ ਇਲੈਕਸ਼ਨ ਜਿਹੜਾ ਸੀਗਾ ਪਿਛਲਾ ਅਸੀਂ ਹਾਰੇ ਆ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੈਗੀਆਂ। ਤਾਂ ਇਹ ਸਾਰੀਆਂ ਇੱਕ ਵੱਡੇ ਕੁਐਸਚਨ ਮਾਰਕ ਹੈ ਜਿਹੜੇ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੇ ਜਵਾਬ ਆਪਾਂ ਨੂੰ ਮਿਲ ਜਾਣਗੇ ਜਿਸ ਵੇਲੇ ਉਹ ਬਾਹਰ ਆ ਕੇ ਆਪਣੀ ਗੱਲ ਕਹਿੰਦੇ। ਬਿਲਕੁਲ ਖਾਲਿਦ ਸਾਹਿਬ, ਉਧਰੋਂ ਯਾਤਰਾ ਦਾ ਬੜਾ ਹੁਣ ਟ੍ਰੈਂਡ ਸ਼ੁਰੂ ਹੋ ਰਿਹਾ ਹੈ। ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ, ਭਾਜਪਾ ਕਹਿੰਦੇ ਅਸੀਂ ਵੀ ਹੁਣ ਚਿੱਟੇ ਨੂੰ ਲੈ ਕੇ ਪੰਜਾਬ 'ਚ ਯਾਤਰਾ ਕਰਾਂਗੇ। ਕੈਪਟਨ ਬਾਦਲ ਸਾਹਿਬ ਪਹਿਲਾਂ ਹੀ ਸੁਖਬੀਰ ਬਾਦਲ ਜੀ ਅਨਾਉਂਸ ਕਰ ਚੁੱਕੇ ਨੇ ਕਿ ਫਰਵਰੀ ਦੇ ਬਾਅਦ, ਕਿਉਂਕਿ ਉਹ ਵੀ ਉਡੀਕ ਰਹੇ ਸੀ ਕਿ ਕਦੋਂ ਰਾਹੁਲ ਗਾਂਧੀ ਜੀ ਘਰੇ ਬੈਠਣ ਤੇ ਮੇਰੀ ਯਾਤਰਾ ਸ਼ੁਰੂ ਹੋਵੇ। ਭਾਜਪਾ ਵਾਲੇ ਵੀ ਯਾਤਰਾ, ਹੁਣ ਯਾਤਰਾਵਾਂ ਦੇਖਣ ਨੂੰ ਮਿਲਣਗੀਆਂ ਆਪਾਂ ਨੂੰ, ਮਤਲਬ ਜਦ ਤੱਕ ਚੁਣਾਵ ਨਹੀਂ ਹੁੰਦੇ। ਦੇਖੋ, ਗੱਲ ਇਹ ਹੈ ਕਿ ਯਾਤਰਾਵਾਂ ਜਿਹੜੀਆਂ ਹੈਗੀਆਂ ਇੰਡੀਆ ਦੀ ਰਾਜਨੀਤੀ ਦਾ ਇੱਕ ਬੜਾ ਇੰਟੀਗਰਲ ਪਾਰਟ ਰਹੀਆਂ। ਆਪਾਂ ਡਾਂਡੀ ਮਾਰਚ ਤੋਂ ਲੈ ਕੇ ਦੇਖ ਲਈਏ
ਆਪਾਂ ਮਹਾਤਮਾ ਗਾਂਧੀ ਦੀਆਂ ਯਾਤਰਾਵਾਂ ਦੇਖ ਲੀजिए, ਚਾਹੇ ਉਹ ਚੰਪਾਰਨ ਸੱਤਿਆਗ੍ਰਹਿ ਹੋਵੇ ਚਾਹੇ ਕੁਝ ਹੋਵੇ। ਇਸੇ ਤਰੀਕੇ ਦੇ ਨਾਲ ਤੁਸੀਂ ਇਹ ਦੇਖੋ ਕਿ ਅੱਜ ਬੀਜੇਪੀ ਅਗਰ ਸੱਤਾ 'ਚ ਹੈ, ਉਹ ਵੀ ਇੱਕ ਯਾਤਰਾ ਸੀਗੀ ਜਿਹੜੀ ਰਥ ਯਾਤਰਾ ਸੀਗੀ ਰੱਥ ਐਲਕੇ ਯਾਤਰਾ ਜੀ। ਅਡਵਾਨੀ ਦੀ, ਹੂੰ। ਜਿਹਨੇ ਕਾਫੀ ਜ਼ਿਆਦਾ ਉਹ ਕੀਤਾ, ਇਸ ਚੀਜ਼ ਨੂੰ ਉਜਾਗਰ ਕੀਤਾ ਜਿਹੜਾ ਰਾਮ ਮੰਦਿਰ ਦਾ ਮੁੱਦਾ ਸੀਗਾ। ਇਸੇ ਤਰੀਕੇ ਦੇ ਨਾਲ ਇਹ ਰਾਹੁਲ ਗਾਂਧੀ ਦੀ ਯਾਤਰਾ ਹੈਗੀ ਹੈ, ਔਰ ਇਸ ਯਾਤਰਾ ਤੋਂ ਵੀ ਬੜੀਆਂ ਚੀਜ਼ਾਂ ਬਾਹਰ ਨਿਕਲੀਆਂ। ਰਾਹੁਲ ਗਾਂਧੀ ਦੀ ਆਪਣੀ ਛਵੀ, ਆਪਣੀ ਇਮੇਜ, ਜਾਂ ਕਾਂਗਰਸ ਦੇ ਵਰਕਰਸ ਨੂੰ ਮੋਬਿਲਾਈਜ਼ ਕਰਨਾ। ਇਸੇ ਤਰੀਕੇ ਦੇ ਨਾਲ ਕਿਉਂਕਿ ਬੀਜੇਪੀ ਬੜੀ ਸੀਰੀਅਸਲੀ ਸੋਚ ਰਹੀ ਹੈ ਪੰਜਾਬ ਦੀ ਰਾਜਨੀਤੀ ਨੂੰ, ਜਿਸ ਤਰੀਕੇ ਦੇ ਨਾਲ ਉਹ ਅਲੱਗ-ਅਲੱਗ ਡਿਸਗਰੰਟਲਡ ਜਿਹੜੇ ਜਿੱਥੋਂ ਵੀ ਮਿਲਦੇ ਆ ਉਹਨਾਂ ਨੂੰ ਆਪਣੇ 'ਚ ਸ਼ਾਮਿਲ ਕਰ ਰਹੀ ਹੈ, ਕਿਉਂਕਿ ਬੀਜੇਪੀ ਦੀ ਰਾਈਜ਼ ਹੀ ਇਸੇ ਦੇ ਵਿੱਚ ਹੈ। ਜਿੱਥੇ ਵੀ ਉਹਨੇ ਰਾਈਜ਼ ਕੀਤਾ ਉੱਥੇ ਉਹਨਾਂ ਨੇ ਜਿਹੜੇ ਬਗਾਵਤ ਕਰਕੇ ਆਏ ਦੂਸਰੀਆਂ ਪਾਰਟੀਆਂ ਚੋਂ ਜਾਂ ਹਾਲੀਵੁੱਡ ਚੋਂ ਜਾਂ ਹੋਰ ਸਾਰਾ ਕੁਝ ਉਹਨਾਂ ਨੂੰ ਅੱਗੇ ਲਿਆ ਕੇ ਸਾਰਾ ਕੁਝ ਕੀਤਾ। ਇੱਥੇ ਵੀ ਉਹ ਕਰਨਾ ਚਾਹੁੰਦੇ ਆ ਕਿ ਹੁਣ ਲੋਕਾਂ ਨਾਲ ਜੁੜਨ ਦਾ ਇੱਕੋ ਹੀ ਤਰੀਕਾ ਹੈਗਾ ਕਿ ਯਾਤਰਾ ਕਰੋ, ਆਪਣੇ ਕੇਡਰ ਨੂੰ ਮੋਬਿਲਾਈਜ਼ ਕਰੋ ਔਰ ਜਨਤਾ ਦੇ ਵਿੱਚ ਜਾਓ। ਇਸੇ ਤਰੀਕੇ ਦੇ ਨਾਲ ਸੁਖਬੀਰ ਬਾਦਲ ਜਾਂ ਅਕਾਲੀ ਦਲ ਜਿਹੜਾ ਕਿ ਇੱਕ ਹਾਸ਼ੀਏ ਤੇ ਖੜ ਗਿਆ ਆ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਪਿਛਲੇ 2 ਇਲੈਕਸ਼ਨ ਬੜੀ ਬੁਰੀ ਤਰ੍ਹਾਂ ਹਾਰੇ ਆ, ਉਹਨਾਂ ਨੂੰ ਵੀ ਲੱਗਦਾ ਹੈਗਾ ਕਿ ਯਾਤਰਾ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਦੁਬਾਰਾ ਵਿਚਰ ਸਕਦੇ ਹਾਂ। ਤਾਂ ਇਹ ਯਾਤਰਾਵਾਂ ਜਿਹੜੀਆਂ ਹੈਗੀਆਂ ਇਹ 2024 ਦੇ ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਬੜੀਆਂ ਨਜ਼ਰ ਆਉਣਗੀਆਂ, ਹੋਰ ਸਟੇਟਾਂ ਦੇ ਵਿੱਚ ਵੀ ਹੋਣਗੀਆਂ। ਇਹ ਸਿਰਫ ਇੱਥੇ ਹੀ ਨਹੀਂ, ਹੋਰ ਸਟੇਟਾਂ 'ਚ ਵੀ ਹੋਣਗੀਆਂ, ਹੋ ਸਕਦਾ ਨੈਸ਼ਨਲ ਲੈਵਲ ਤੇ ਵੀ ਹੋਗੇ। ਔਰ ਕਾਂਗਰਸ ਵੀ ਇੱਕ ਹੋਰ ਯਾਤਰਾ ਦੀ ਤਿਆਰੀ ਕਰ ਰਹੀ ਹੈ, ਜਿਵੇਂ ਕਿ ਕੰਨਿਆ ਕੁਮਾਰੀ ਟੂ ਕਸ਼ਮੀਰ ਹੈ, ਇਹ ਇੱਕ ਯਾਤਰਾ ਹੋ ਸਕਦਾ ਗੁਜਰਾਤ ਟੂ ਅਰੁਣਾਚਲ ਵੀ ਕਰਨ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਦਾ ਪਾਈਪਲਾਈਨ ਹੈ। ਦੇਖੋ ਰਾਜਨੀਤੀ ਜਿਹੜੀ ਹੈਗੀ ਹੈ ਉਹ ਕਿੱਧਰ ਨੂੰ ਜਾਂਦੀ ਹੈ ਔਰ ਕਿਸ ਤਰ੍ਹਾਂ ਇਹ ਯਾਤਰਾ ਜਿਹੜੀ ਹੈਗੀਆਂ ਸਕਾਰਾਤਮਕ ਜਾਂ ਨਕਾਰਾਤਮਕ ਰਹਿੰਦੀਆਂ ਨੇ ਪੋਲੀਟੀਕਲ ਪਾਰਟੀਆਂ ਵਾਸਤੇ। ਇਹ 2024 ਦੇ ਇਲੈਕਸ਼ਨ ਦੀ ਇਨਫੈਕਟ ਤਿਆਰੀ ਹੈ। ਬਿਲਕੁਲ ਖਾਲਿਦ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਬੇਬਾਕ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਬਹੁਤ। ਇਹ ਸੀ ਪ੍ਰੋਫੈਸਰ ਮੁਹੰਮਦ ਖਾਲਿਦ ਜੀ। ਕਹਿੰਦੇ ਕਿ ਵਾਕਈ ਪਬਲਿਕ ਡੋਮੇਨ 'ਚ ਆਉਣਾ ਚਾਹੀਦਾ ਹੈ ਕਿ ਆਖਰਕਾਰ ਇਹ ਝਾਂਕੀ ਰਿਜੈਕਟ ਕੌਣ ਹੋਈ, ਕਸੂਰਵਾਰ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ। ਪਰ ਇਹ ਕਦੋਂ ਆਏਗਾ ਇਹ ਤਾਂ ਸਮਾਂ ਦੱਸੇਗਾ। ਪਰ ਫਿਲਹਾਲ ਇਹ ਜ਼ਰੂਰ ਹੈ ਕਿ ਪੰਜਾਬੀ ਉਹਨਾਂ ਦੇ ਵਿੱਚ ਵਾਕਈ ਰੋਸ਼ ਹੈ, ਕਿਉਂਕਿ ਅੱਜ ਐਤਕੀ 74ਵੇਂ ਗਣਤੰਤਰ ਦਿਵਸ ਦੇ ਵਿੱਚ ਅਸੀਂ ਪੰਜਾਬ ਦੀ ਝਾਂਕੀ ਨਹੀਂ ਦੇਖ ਪਾਵਾਂਗੇ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ, ਨਜ਼ਰੀਆ ਬਿਯੋਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।